ਤੁਸੀਂ ਸੁਣ ਰਹੇ ਹੋ ਨਾਵਲ ਪਤਾ ਨਹੀਂ ਸੀ ਨੂੰ ਲੜੀਵਾਰ। ਅੱਜ ਤੁਸੀਂ ਇਸ ਨਾਵਲ ਦਾ ਭਾਗ ਨੰਬਰ 8 ਸੁਣੋਗੇ। ਮੱਲਣ ਤੋਂ ਆ ਕੇ ਉਹਦਾ ਦਿਲ ਟੁੱਟ ਗਿਆ ਸੀ। ਉਹ ਜਾਣ ਵੇਲੇ ਸੋਚਿਆ ਸੀ ਕਿ ਕੁਝ ਵੀ ਹੋਵੇ ਉਹਨਾਂ ਦੀ ਹਾਲਤ ਮੇਰੇ ਮਾਮੇ ਕਿਆ ਨਾਲੋਂ ਤਾਂ ਠੀਕ ਹੋਵੇਗੀ। ਆਪਣੇ ਭਾਈਆਂ ਬਾਰੇ ਉਹਨੂੰ ਪਤਾ ਸੀ, ਪਰ ਪਿੰਡ ਦੀ ਉੱਥੇ ਵਿਆਹੀ ਮੁਸਲਮਾਨਾਂ ਦੀ ਕੁੜੀ ਰਾਹੀਂ ਦੋਵੇਂ ਭਾਈ ਕਮਾਊ ਹੋਣ ਦੀ ਗੱਲ ਮਾਮੀ ਰਾਹੀਂ ਉਹਦੇ ਕੋਲ ਆਈ ਸੀ। ਆਪ ਉਹਨੇ ਕਦੇ ਆਪਣਾ ਪਿੰਡ ਯਾਦ ਨਹੀਂ ਸੀ ਕੀਤਾ, ਪਰ ਮਾਮੀ ਹਰ ਛੁੱਟੀ ਵੇਲੇ ਉਸ ਕੋਲ ਮੱਲਣ ਦਾ ਜ਼ਿਕਰ ਜ਼ਰੂਰ ਕਰਦੀ ਸੀ। ਫੌਜ 'ਚ ਗਏ ਨੂੰ ਉਹਨੂੰ ਮਾਮੀ ਵੱਲੋਂ ਮੱਲਣ ਦੀਆਂ ਗੱਲਾਂ ਛੇੜਨ ਦੇ ਅਰਥਾਂ ਦਾ ਨਹੀਂ ਸੀ ਪਤਾ, ਪਰ ਹੁਣ ਉਹਨੂੰ ਸਮਝ ਆ ਗਈ ਸੀ ਕਿ ਉਹ ਗੱਲੀ ਬਾਤੀ ਅਹਿਸਾਸ ਕਰਵਾਉਂਦੀ ਸੀ ਕਿ ਇਹ ਪਿੰਡ ਉਹਦਾ ਨਹੀਂ ਹੈ। ਮਾਮੀ ਨੇ ਕਈ ਵਾਰ ਜਾ ਕੇ ਆਉਣ ਲਈ ਵੀ ਕਿਹਾ ਸੀ, ਪਰ ਦਬਾਅ ਨਹੀਂ ਸੀ ਪਾਇਆ। ਸੋਚਿਆ ਸੀ ਜੇ ਉਹ ਉੱਥੇ ਆਉਣ ਜਾਣ ਲੱਗ ਪਿਆ ਤਾਂ ਉਹ ਜੋ ਹੱਥ ਉਹਨਾਂ ਨੂੰ ਝਾੜਦਾ ਹੈ ਉੱਥੇ ਵੀ ਝਾੜਨ ਲੱਗ ਸਕਦਾ ਹੈ। ਜਦੋਂ ਤੱਕ ਕੰਮ ਚੱਲੀ ਜਾਂਦਾ ਚੰਗਾ। ਉਹਦੀ ਮਾਮੀ ਨੂੰ ਉਮੀਦ ਸੀ ਕਿ ਗੁਰਜੀਤ ਫੌਜ 'ਚੋਂ ਆ ਕੇ ਉਹਨਾਂ ਦੇ ਡਿੱਗੇ ਘਰ ਨੂੰ ਚੁੱਕੇਗਾ ਤੇ ਸ਼ਰੀਕੇ ਦਿਆਂ ਅੱਗੇ ਗਿਆ ਘਰਾਂ ਦੇ ਨਾਲ ਰਲਾਉਣ ਦਾ ਯਤਨ ਕਰੇਗਾ, ਪਰ ਉਹਦੇ ਆਉਣ ਤੋਂ ਪਹਿਲਾਂ ਕਈ ਸਾਲ ਨਾ ਆਉਣ ਤੋਂ ਲੱਗਦਾ ਸੀ ਕਿ ਉਹਨੇ ਉਹਨਾਂ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਉਹਨਾਂ ਨੇ ਆ ਕੇ ਉਹਨੂੰ ਕੀ ਮਿਲਿਆ ਹੈ ਜਾਂ ਕਿੰਨੀ ਪੈਨਸ਼ਨ ਮਿਲੇਗੀ ਜਾਂ ਕਿੰਨੀ ਤਨਖਾਹ ਮਿਲਦੀ ਰਹੀ ਹੈ, ਇਹ ਸਾਰਾ ਕੁਝ ਨਹੀਂ ਸੀ ਦੱਸਿਆ, ਤਾਂ ਅੰਦਾਜ਼ਾ ਲਾ ਲਿਆ ਸੀ ਕਿ ਉਹਨੇ ਅੰਦਰੋਂ ਅੰਦਰੀ ਆਪਣਾ ਘਰ ਬੰਨਣਾ ਸ਼ੁਰੂ ਕਰ ਦਿੱਤਾ ਹੈ। ਉਹ 2 ਦਿਨ ਇਸੇ ਦੁਚਿੱਤੀ 'ਚ ਰਿਹਾ ਕਿ ਉਹ ਕਰੇ ਤਾਂ ਕੀ ਕਰੇ। ਆਪਣੇ ਭਾਈਆਂ ਦੀ ਹਾਲਤ ਉਹਨੂੰ ਗਈ ਗੁਜ਼ਰੀ ਲੱਗੀ ਸੀ। ਜਗਰੂਪ ਦੇ ਘਰੇ ਉਦੋਂ ਉਹਦੀ ਅੱਧੀ ਰਾਤ ਨੂੰ ਅੱਖ ਖੁੱਲ੍ਹੀ ਸੀ ਤਾਂ ਮਨ 'ਚ ਇਹ ਗੱਲ ਵੀ ਆਈ ਸੀ ਕਿ ਉਹ ਜੇ ਇੱਥੇ ਰਹਿ ਪਵੇ ਤਾਂ ਉਸ ਲਈ ਮਾੜਾ ਨਹੀਂ ਹੈ। ਦੋਵੇਂ ਭਾਈ ਕੰਮ ਕਰਨ ਨੂੰ ਤਕੜੇ ਨੇ। ਉਹ ਮੱਝਾਂ ਦੀ ਡੈਰੀ ਵੀ ਖੋਲ੍ਹ ਸਕਦਾ ਹੈ। ਭਾਈ ਪੈਰ 'ਚ ਪੈਰ ਧਰਦੇ ਰਹਿਣਗੇ। ਆਪਣਾ ਘਰ ਉਹ ਵੱਖਰਾ ਪਾ ਲਵੇਗਾ। ਉਹਨੂੰ ਪੈਨਸ਼ਨ ਵੀ ਮਿਲੇਗੀ ਤੇ ਉਹਦਾ ਦਿਲ ਕੀਤਾ ਤਾਂ ਬਠਿੰਡੇ ਕਿਸੇ ਫੈਕਟਰੀ 'ਚ ਵੀ ਨੌਕਰੀ ਕਰ ਸਕਦਾ ਹੈ। ਪਰ ਉਹਨੇ ਸੋਚਿਆ ਕਿ ਜਦੋਂ ਉਹਨੂੰ ਸਾਕ ਵਾਲੇ ਆਉਣਗੇ ਉਹ ਕੀ ਦੱਸੇਗਾ ਕਿ ਉਸ ਕੋਲ ਕਿੰਨੀ ਜ਼ਮੀਨ ਹੈ। ਕੁਰਕੀ ਵਾਲਾ ਕਿੱਲਾ ਛੱਡ ਕੇ ਬਾਕੀ ਬਚਦੇ 'ਚੋਂ ਉਹਨੂੰ ਅੱਧ ਆਉਂਦਾ ਸੀ, ਪਰ ਜੇ 3 ਹਿੱਸਿਆਂ ਦੀ ਗੱਲ ਕੀਤੀ ਜਾਵੇ ਤਾਂ ਪੌਣੇ ਕਿੱਲੇ ਤੋਂ ਵੀ ਘੱਟ ਆਉਂਦਾ ਸੀ। ਉਹਦਾ ਘਰ ਪਾਉਣਾ ਅਜੇ ਬਾਕੀ ਸੀ। 10-12 ਸਾਲਾਂ ਨੂੰ ਮਹਿੰਦਰ ਦੀ ਵੱਡੀ ਕੁੜੀ ਵਿਆਹੁਣ ਵਾਲੀ ਹੋ ਜਾਣੀ ਸੀ ਤੇ ਹੋਰ ਫੇਟ ਛੋਟੀ। ਵਿਆਹ ਵੇਲੇ ਅਗਲਿਆਂ ਨੂੰ ਇਹ ਵੀ ਦੱਸਣਾ ਪੈਣਾ ਸੀ ਕਿ ਉਹਨੂੰ ਕਿੰਨੀ ਜ਼ਮੀਨ ਆਉਂਦੀ ਹੈ ਤੇ ਵੰਡਾਉਣੀ ਵੀ ਪਊ, ਤਾਂ ਫਿਰ ਉਹਦੇ ਭਾਈਆਂ ਦਾ ਕੀ ਬਣੂ? ਉਹਨਾਂ ਕੋਲ ਕੀ ਰਹਿ ਜਾਵੇਗਾ? ਖਾਸਾ ਚਿਰ ਖੌਜਲਣ ਪਿੱਛੋਂ ਉਹ ਇਹ ਗੱਲ ਤੇ ਆ ਗਿਆ ਕਿ ਉਹ ਜਿਸ ਹਾਲ 'ਚ ਨੇ ਉਸੇ ਹਾਲ ਤੇ ਛੱਡ ਦਿੱਤੇ ਜਾਣ। ਇਹ ਸੋਚ ਕੇ ਉਹ ਮੱਲਣ ਤੋਂ ਆਇਆ ਸੀ। ਮਾਮੇ ਕੇ ਆ ਕੇ ਉਹਨੇ ਸੋਚਿਆ ਕਿ ਇਹਨਾਂ ਤੋਂ ਵੀ ਜੇ ਹਿੱਸੇ ਦਾ ਕਿੱਲਾ ਵੰਡਾਇਆ ਜਾਂ ਧੱਕੇ ਨਾਲ ਕਿਸੇ ਨੂੰ ਬੈਅ ਕੀਤਾ ਤਾਂ ਇਹਨਾਂ ਕੋਲ ਵੀ ਕੀ ਰਹਿ ਜਾਵੇਗਾ? ਉਹਦੇ ਨਾਲ ਭਾਵੇਂ ਮਾਮੇ ਕਿਆ ਨੇ ਬਹੁਤ ਮਾੜੀ ਕੀਤੀ ਸੀ, ਪਰ ਜਦੋਂ ਉਹਨੂੰ ਅੰਦਰੋਂ ਅੰਦਰੀ ਸੁੱਤੇ ਗਏ ਘਰ ਦਾ ਪਤਾ ਲੱਗਿਆ ਸੀ ਉਹਨੂੰ ਗੁੱਸਾ ਆਉਣੋਂ ਹਟ ਗਿਆ ਸੀ। ਉਹਨੇ ਨਾਨੇ ਤੇ ਉਹਨੂੰ ਬਹੁਤ ਤਰਸ ਆਉਂਦਾ ਸੀ, ਆਪਣੇ ਮਾਮੇ ਤੇ ਵੀ, ਕਦੇ-ਕਦੇ ਤਾਂ ਮਾਮੀ ਤੇ ਵੀ। ਉਹਨੂੰ ਛੋਟੇ ਹੁੰਦੇ ਨੂੰ ਉਹਨੇ ਮਾਵਾਂ ਵਾਂਗ ਪਾਲਿਆ ਸੀ, ਪਰ ਹੌਲੀ-ਹੌਲੀ ਹਾਲਾਤ ਹੀ ਅਜਿਹੇ ਬਣ ਗਏ ਸੀ ਕਿ ਘਰ ਦੀ ਇੱਕ ਚੂਲ ਠੀਕ ਕਰਦੇ ਦੂਜੀ ਹਿੱਲ ਜਾਂਦੀ ਸੀ। ਕਦੇ ਕੋਈ ਆਫਤ ਆ ਪੈਂਦੀ, ਕਦੇ ਕੋਈ ਬਿਮਾਰੀ ਠਿਮਾਰੀ ਆ ਘੇਰਦੀ। ਦਿਨੋਂ ਦਿਨ ਕਰਜ਼ੇ ਦੀ ਪੰਡ ਦੀਆਂ ਕੁੱਖਾਂ ਨਿਕਲੀ ਜਾਂਦੀਆਂ ਸੀ। ਉੱਤੇ ਦਿੱਤੀਆਂ ਗੰਢਾਂ ਪਿਚਕਰੀਆਂ ਸੀ। ਦਲਵੀਰ ਦੇ ਨਹੁੰ ਤਿੱਖੇ ਨਹੀਂ ਸੀ। ਖੋਲ੍ਹਣੀਆਂ ਉਹਦੇ ਵੱਸ ਦਾ ਰੋਗ ਨਹੀਂ ਸੀ। ਅੰਦਰੋਂ ਅੰਦਰੀ ਕਰਜ਼ੇ 'ਚੋਂ ਸੂੰਦਾ ਵਿਆਜ ਜ਼ਮੀਨ ਦੇ ਸਰਾਲ ਵਾਂਗ ਸਾਹ ਪੀ ਰਿਹਾ ਸੀ। ਗੁਰਜੀਤ ਦਾ ਮਨ ਬੇਹੱਦ ਉਦਾਸ ਰਹਿਣ ਲੱਗ ਪਿਆ। ਛੁੱਟੀ ਆ ਕੇ ਉਹਨੂੰ ਇਹ ਵੀ ਘਾਟਾ ਪਿਆ ਸੀ ਕਿ ਉਹਦੇ ਨਾਲ ਪੜ੍ਹੇ 3 ਦੋਸਤਾਂ 'ਚੋਂ ਹੁਣ ਕੋਈ ਵੀ ਇੱਥੇ ਨਹੀਂ ਸੀ। ਪੜ੍ਹਨ 'ਚ ਉਹ ਤੇਜ਼ ਸੀ। ਉਹਦੇ ਨਾਲ ਦਾ ਇੱਕ ਬਿਜਲੀ ਬੋਰਡ ਦਾ ਵੱਡਾ ਅਫਸਰ ਸੀ। ਉਹਦਾ ਉਹਨੂੰ ਪਤਾ ਨਹੀਂ ਸੀ ਕਿ ਅੱਜ ਕੱਲ੍ਹ ਕਿੱਥੇ ਹੈ।
ਨੰਬਰਦਾਰਾਂ ਦੇ ਸ਼ਰੀਕੇ 'ਚੋਂ ਮੁੰਡਾ ਉਹਦੇ ਜਾਣ ਪਿੱਛੋਂ ਅਮਰੀਕਾ ਚਲਿਆ ਗਿਆ ਸੀ। ਦਰਜੀਆਂ ਦਾ ਗੁਰਵਿੰਦਰ ਕੈਨੇਡਾ ਸੀ। ਇਹਨਾਂ ਤਿੰਨਾਂ 'ਚੋਂ ਬਿਨਾਂ ਉਹਦੀ ਕਿਸੇ ਹੋਰ ਨਾਲ ਸੱਥਰੀ ਨਹੀਂ ਸੀ ਪੈਂਦੀ। ਡੇਰੇ ਵੀ ਜਾਣ ਨੂੰ ਦਿਲ ਨਹੀਂ ਸੀ ਕਰਦਾ। ਉੱਥੇ ਪਿੰਡ ਦੇ ਹੋਰ ਬੰਦੇ ਵੀ ਆਉਂਦੇ ਜਾਂਦੇ ਰਹਿੰਦੇ। ਨਾਨੇ ਦਾ ਡੇਰੇ ਪੱਕਾ ਰਹਿਣਾ ਹੀ ਉਹਨੂੰ ਬੁਰਾ ਲੱਗਦਾ ਸੀ। ਆਉਣ ਪਿੱਛੋਂ ਇੱਕ ਵਾਰ ਹੀ ਗਿਆ ਸੀ। ਤਖਤਪੋਸ਼ 'ਤੇ ਪਏ ਅਖਬਾਰ ਦੇ ਵਰਕੇ ਫੋਲ ਕੇ ਉਹ ਮਹੰਤ ਦੇ ਕਮਰੇ 'ਚ ਗਿਆ। ਉਹ ਉਹਦੇ ਨਾਲ ਹੀ ਪੜ੍ਹਿਆ ਸੀ, ਪਰ ਅਜੇ 1-2 ਗੱਲਾਂ ਹੋਈਆਂ ਸੀ। 3-4 ਔਰਤਾਂ ਅੰਦਰ ਆ ਗਈਆਂ, ਪਹਿਨੀਆਂ ਪੱਚਰੀਆਂ ਹੋਈਆਂ। ਉਹ ਕਿਸੇ ਚੱਲਦੇ ਘਰ ਦੀਆਂ ਲੱਗਦੀਆਂ ਸੀ। ਇੱਕ ਦੇ ਹੱਥ 'ਚ ਮਠਿਆਈ ਵਾਲਾ ਡੱਬਾ ਸੀ, ਜਿਹੜੀ ਸਾਰੀਆਂ 'ਚੋਂ ਵੱਧ ਆਪਣਤ ਜਤਾ ਰਹੀ ਸੀ, ਤੇ ਉਹ ਇੱਕ ਬਣਦੀ ਤਣਦੀ ਕੁੜੀ ਵੱਲ ਹੱਥ ਕਰਕੇ ਕਹਿ ਰਹੀ ਸੀ, ਇਹ ਮੇਰੀ ਨਣਦ ਹੈ ਬਾਬਾ ਜੀ, ਇਹਦਾ ਵਿਆਹ ਹੈ। ਆਨੰਦ ਕਾਰਜ ਅਸੀਂ ਡੇਰੇ 'ਚ ਹੀ ਕਰਨੇ ਹੈ, 15 ਤਰੀਕ ਲਿਖ ਲਓ। ਔਰਤ ਹੱਸ ਕੇ ਸਭ ਕੁਝ ਦੱਸ ਰਹੀ ਸੀ। ਮਹੰਤ ਕਦੇ ਆਪ ਵੀ ਥੋੜਾ ਬਹੁਤਾ ਹੱਸ ਪੈਂਦਾ ਸੀ ਤੇ ਗੁਰਜੀਤ ਤੋਂ ਚਿਪ ਰਿਹਾ ਸੀ, ਪਰ ਕਦੇ ਕੋਇਆਂ ਰਾਹੀਂ ਉਹਦੇ ਵੱਲ ਵੇਖ ਲੈਂਦਾ ਸੀ। ਗੁਰਜੀਤ ਨੂੰ ਯਾਦ ਆਇਆ ਗਿਆਨੀ ਮਾਸਟਰ ਤੋਂ। ਉਹ ਬੜੀ ਕੁੱਟ ਖਾਂਦਾ ਸੀ। 5ਵੀਂ ਮਸਾਂ ਪਾਸ ਕੀਤੀ ਸੀ। 6ਵੀਂ ਦੇ ਅੱਧ 'ਚ ਹੀ ਵੱਡੇ ਮਹੰਤ ਦੀ ਸ਼ਰਨ 'ਚ ਆ ਗਿਆ ਸੀ। ਗੁਰਜੀਤ ਨੂੰ ਆਪਣਾ ਬੈਠੇ ਰਹਿਣਾ ਵਾਧੂ ਜਿਹਾ ਲੱਗਿਆ। ਉਹ ਉੱਠਿਆ ਤਾਂ ਮਹੰਤ ਕਹਿੰਦਾ, ਚਾਹ ਆਉਂਦੀ ਹੈ, ਚਾਹ ਪੀ ਕੇ ਜਾਇਓ। ਐ ਨਾ ਕਰੋ ਜੀ ਤੁਸੀਂ, ਮੈਂ ਫੇਰ ਆਊਂ, ਕਹਿ ਕੇ ਉਹ ਤੁਰ ਆਇਆ ਸੀ। ਡੇਰੇ ਦੇ ਬਾਹਰ ਆਇਆ ਤਾਂ ਉੱਥੇ ਪਹਿਲਾਂ ਵਾਲਾ ਕੁਝ ਵੀ ਨਹੀਂ ਸੀ। ਟੋਬੇ ਵਾਲੀ ਥਾਂ ਭਰ ਕੇ ਸਹਿਕਾਰੀ ਸਭਾ ਦੀ ਬਿਲਡਿੰਗ ਬਣਾ ਦਿੱਤੀ ਸੀ। ਉਹਦੇ ਨਾਲ ਆਂਗਣਵਾੜੀ ਸਕੂਲ ਸੀ। ਪਰਲੇ ਪਾਸੇ ਮੁਸਲਮਾਨਾਂ ਦੀਆਂ ਕਬਰਾਂ ਲਈ ਥਾਂ ਵਗਲ ਦਿੱਤੀ ਸੀ। ਬੋੜਾ ਪਿੱਪਲਾਂ ਦਾ ਨਾਂ ਨਿਸ਼ਾਨ ਵੀ ਨਹੀਂ ਸੀ ਰਿਹਾ। ਔਰਤਾਂ ਦੀਆਂ ਟੋਬੇ ਦੇ ਕੱਪੜੇ ਧੋਣ ਵਾਲੀਆਂ ਪੱਕੀਆਂ ਪੌੜੀਆਂ ਵਿੱਚੇ ਦੱਬ ਦਿੱਤੀਆਂ ਸੀ। ਉਹਦੇ ਉਹ ਸਭ ਤੋਂ ਉੱਚਾ ਬੋਰਡ ਵੀ ਯਾਦ ਆਇਆ, ਜਿਸ ਤੇ ਵਿਪਰੀਤ ਪੀਂਘ ਝੂਟਦੀ ਉਹਦੀ ਹੋਈ ਸੀ। ਉਹਦਾ ਮਨ ਉਦਾਸ ਹੋ ਗਿਆ। ਅੱਡੇ ਵੱਲ ਜਾਣ ਨੂੰ ਦਿਲ ਨਾ ਕੀਤਾ ਤੇ ਮੁੜ ਕੇ ਬੈਠਕ 'ਚ ਆ ਪਿਆ। ਹੁਣ ਉਹਦੇ ਕੋਲ ਇਕੱਲਾ ਸੀਟ ਹੀ ਰਹਿ ਗਿਆ ਸੀ। ਜਦੋਂ ਮਨ ਭਰ ਆਉਂਦਾ ਉਹ ਉਹਦੇ ਕੋਲ ਚਲਿਆ ਜਾਂਦਾ। ਉਹਦਾ ਉਹ ਅਹਿਸਾਨ ਵੀ ਮੰਨਦਾ ਸੀ। ਜਿਹੜੀ ਗੱਲ 'ਚ ਉਹ ਉਲਝਦਾ ਸੀ ਉਹਨੂੰ ਗੱਲੀ ਬਾਤੀ ਬਾਹਰ ਕੱਢ ਦਿੰਦਾ ਸੀ। ਇੱਕ ਦਿਨ ਉਹਨੇ ਕਿਹਾ, ਮਾਮਾ, ਜਿਵੇਂ ਮਾਮੇ ਕੇ ਮੈਨੂੰ ਪਿੰਡੋਂ ਕੱਢਣ ਨੂੰ ਫਿਰਦੇ ਐ, ਜਾਣ ਨੂੰ ਦਿਲ ਨਹੀਂ ਕਰਦਾ। ਜੀ ਕਰਦਾ ਹਿੱਕ 'ਚ ਗੋਡਾ ਦੇ ਕੇ ਰਹਾਂ। ਸੁਣ ਕੇ ਸੀਟੀ ਬੋਲਿਆ, ਭਾਣਜਿਆ, ਗਲਤੀ ਨਾ ਕਰ ਬੈਠੀ। ਮੇਰੀ ਗੱਲ ਮੰਨੇ ਤਾਂ ਅਜੇ ਕੁਛ ਨਾ ਕਰ। ਤੇਰੇ ਮਾਮੇ ਸਿਰ ਇੰਨਾ ਭਾਰ ਹੈ ਕਿ ਉਹਦੇ ਪੈਰ ਨਿਕਲੇ ਪਏ ਐ। ਦਲਵੀਰ ਜਿਹੜਾ ਮਾੜਾ ਮੋਟਾ ਹੱਥ ਮਾਰਦਾ, ਉਹਦੇ ਨਾਲ ਇਹ ਮਰਨ ਬਚੇ ਹੋਏ ਐ। ਉਹ ਕਸਰ ਕੋਈ ਨਹੀਂ। ਤੇਰੇ ਮਾਮੇ ਵੰਨੀ ਵੇਖ, ਉਹ ਕਦੇ ਬੋਲਦਾ ਵੇਖਿਆ ਤੂੰ? ਮੇਰੀ ਗੱਲ ਦਾ ਗੁੱਸਾ ਨਾ ਕਰੀ। ਆਪਣੇ ਪਿੰਡ 6-7 ਗੱਲਾਂ ਹੋਈਆਂ। ਹੁਣ ਮੈਂ ਕਿਹਦਾ ਨਾਂ ਲਵਾਂ? ਜਦੋਂ ਕੋਈ ਕਮਲਾ ਜਿਹਾ ਹੋ ਕੇ ਤੁਰਨ ਫਿਰਨ ਲੱਗ ਪੈਂਦਾ, ਮੈਨੂੰ ਪਤਾ ਲੱਗ ਜਾਂਦਾ ਕਿ ਲਓ ਇਹ ਤਾਂ ਗਿਆ। ਜੈਮਲ ਦੇ ਮੁੰਡੇ ਬਾਰੇ ਮੈਂ 5 ਮਹੀਨੇ ਪਹਿਲਾਂ ਦੱਸਤਾ ਸੀ। ਹੁਣ ਜੇ ਤੇਰੇ ਮਾਮੇ ਕਿਆ ਤੇ ਕੋਈ ਆਫਤਾ ਪਈ ਤਾਂ ਐਵੇਂ ਵਿੱਚੇ ਤੂੰ ਬੰਨਿਆ ਜਾਏਗਾ। ਸੀਟੀ ਦੀ ਗੱਲ ਸੁਣ ਕੇ ਗੁਰਜੀਤ ਉਹਦੇ ਵੱਲ ਵੇਖਦਾ ਰਹਿ ਗਿਆ। ਉਹਨੂੰ ਗੱਲ ਸਹੀ ਵੀ ਲੱਗੀ ਕਿ ਇਹ ਹੋ ਵੀ ਸਕਦੀ ਹੈ। ਉਹਦਾ ਮਾਮਾ ਉਹਦੇ ਨਾਲ ਤਾਂ ਕੀ ਘਰੇ ਵੀ ਕਿਸੇ ਨਾਲ ਗੱਲ ਨਹੀਂ ਸੀ ਕਰਦਾ। ਉਹ ਤੜਕੇ ਅੰਦਰੋਂ ਉੱਠਦਾ ਸੀ, ਆ ਕੇ ਵਰਾਂਡੇ 'ਚ ਪਈ ਪਲਾਸਟਿਕ ਦੀ ਕੁਰਸੀ ਤੇ ਬਹਿ ਕੇ ਚਾਹ ਪੀਂਦਾ ਤੇ ਰਾਤ ਦੀਆਂ ਬਚੀਆਂ ਰੋਟੀਆਂ ਖਾ ਕੇ ਖੇਤ ਤੁਰ ਜਾਂਦਾ। ਗੁਰਜੀਤ ਕੋਲ ਇੱਕੋ ਕੰਮ ਰਹਿ ਗਿਆ ਸੀ। ਉਹ ਮੋਬਾਈਲ ਤੇ ਜਿਹੜੇ ਕਦੇ ਹਿੰਦੀ ਪੰਜਾਬੀ ਦੇ ਗੀਤ ਉਹਨੂੰ ਚੰਗੇ ਲੱਗਦੇ ਸੀ ਉਹ ਸੁਣ ਲੈਂਦਾ। ਉਹਦੇ ਨਾਲ ਰਹੀ ਕਿਸੇ ਫੌਜੀ ਦਾ ਉਹਨੂੰ ਕਦੇ ਫੋਨ ਆਉਂਦਾ।
ਥੋੜ੍ਹੀ ਬਹੁਤੀ ਗੱਲ ਹੁੰਦੀ। ਜਦੋਂ ਮੋਬਾਈਲ ਤੋਂ ਅੱਕ ਜਾਂਦਾ ਤਾਂ ਉਹਦੀ ਬਿਰਤੀ ਆਪਣੀ ਹੋਈ ਹਾਲਤ ਨਾਲ ਜੁੜ ਜਾਂਦੀ। ਉਲਝਵਾਂ ਸਿਲਸਿਲਾ ਫਿਰ ਚੱਲਦਾ। ਕਦੇ ਕੋਈ ਗੱਲ ਯਾਦ ਆਉਂਦੀ, ਕਦੇ ਕੋਈ। ਇੱਕ ਪਾਸਿਓਂ ਆ ਕੇ ਪਾਣੀ ਪਈ ਜਾਂਦਾ, ਦੂਜੇ ਪਾਸਿਓਂ ਨਿਕਲੀ ਜਾਂਦਾ। ਵਾਧੂ ਦਾ ਹੋਇਆ ਚਿੱਕੜ ਕਿਸੇ ਪਾਸੇ ਤੁਰਨ ਜੋਗਰਾ ਨਾ ਛੱਡਦਾ। ਉਹਨੂੰ ਦਿਨ 'ਚ ਕਈ ਵਾਰ ਦਿੱਲੀ ਫੌਜ 'ਚ ਬਣੇ ਆਪਣੇ ਮਿੱਤਰ ਰਣਵੀਰ ਦੀ ਵੀ ਯਾਦ ਆਉਂਦੀ। ਉਹਨੇ ਜ਼ਿੰਦਗੀ ਉਹਦੇ ਬਾਰੇ ਚੰਗਾ ਸੋਚਿਆ ਸੀ। ਉਹਨੂੰ ਪਤਾ ਸੀ ਕਿ ਗੁਰਜੀਤ ਦਾ ਵਿਆਹ ਨਹੀਂ ਹੋਇਆ। ਉਹ ਉਹਦੇ ਮਨ ਦੇ ਨੇੜੇ ਸੀ। ਗੁਰਜੀਤ ਉਹਨੂੰ ਹਰ ਪੱਖੋਂ ਠੀਕ ਲੱਗਦਾ ਸੀ। ਇਸ ਲਈ ਉਹ ਮਨੋ ਮਨੀ ਚਾਹੁੰਦਾ ਸੀ ਕਿ ਆਪਣੀ ਭੈਣ ਦਾ ਸਾਕ ਉਹ ਗੁਰਜੀਤ ਨੂੰ ਕਰ ਦੇਵੇ। ਗੁਰਜੀਤ ਨੂੰ ਉਦੋਂ ਆਏ ਨੂੰ 3 ਕੁ ਦਿਨ ਹੋਏ ਸੀ। ਰਣਵੀਰ ਦਾ ਫੋਨ ਆਇਆ ਸੀ। ਉਹਨੇ ਕਿਹਾ ਸੀ ਕਿ ਉਹਨੇ ਜਦੋਂ ਪਿੰਡ ਆਉਣਾ ਹੋਇਆ ਤਾਂ ਰਾਏਕੋਟ ਆ ਕੇ ਪਿੰਡਾਂ ਵਾਲੀ ਬੱਸ ਲੈ ਲਵੇ ਤੇ ਜਦੋਂ ਉਤਰ ਕੇ ਫੋਨ ਕਰ ਦੇਵੇ। ਉਹ ਉਹਨੂੰ ਮੋਟਰਸਾਈਕਲ ਤੇ ਲੈ ਜਾਵੇਗਾ। ਫੌਜ 'ਚੋਂ ਆਉਣ ਪਿੱਛੋਂ 8 ਕੁ ਦਿਨਾਂ ਬਾਅਦ ਉਹ ਗਿਆ ਸੀ। ਦਿਨ ਛਿਪ ਰਿਹਾ ਸੀ। ਰਣਵੀਰ ਉਹਨੂੰ ਆ ਕੇ ਲੈ ਗਿਆ ਸੀ। ਜਦੋਂ ਉਹ ਜਾ ਰਹੇ ਸੀ ਤਾਂ ਟਾਵੇਂ ਖੇਤ 'ਚ ਕਣਕ ਬੀਜੀ ਹੋਈ ਸੀ। ਥਾਂ ਸਬਜ਼ੀਆਂ ਬੀਜੀਆਂ ਹੋਈਆਂ ਸੀ, ਲਗਭਗ ਹਰ ਕਿਸਮ ਦੀਆਂ। ਕਿਤੇ ਪਸ਼ੂਆਂ ਲਈ ਚਾਰਾ ਬੀਜਿਆ ਹੋਇਆ ਸੀ। ਸਾਰਾ ਕੁਝ ਮਿਲਾ ਕੇ ਭਾਵੇਂ ਕਣਕ ਫਿਰ ਵੀ ਜ਼ਿਆਦਾ ਸੀ, ਪਰ ਗੁਰਜੀਤ ਕੇ ਪਿੰਡਾਂ ਦੇ ਮੁਕਾਬਲੇ ਇੱਧਰ ਸਬਜ਼ੀਆਂ ਤੇ ਹਰਾ ਚਾਰਾ ਵੱਧ ਬੀਜਿਆ ਹੋਇਆ ਸੀ। ਉਹ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਸੜਕ ਦੇ ਆਲੇ ਦੁਆਲੇ ਬਹੁਤ ਸਾਰੇ ਮੱਝਾਂ ਦੇ ਨਹੁਰੇ ਵੀ ਆਏ। ਆਪਣੇ ਪਿੰਡਾਂ ਨਾਲੋਂ ਇਹ ਲੁਧਿਆਣੇ ਦੇ ਪਿੰਡ ਉਹਨੂੰ ਕਾਫੀ ਨਿਖਰੇ ਲੱਗੇ। ਵੱਡੀਆਂ ਕੋਠੀਆਂ ਲੋਕਾਂ ਦੀਆਂ ਪਾਈਆਂ ਹੋਈਆਂ ਸੀ। ਉਹਦੇ ਪਿੰਡਾਂ ਵਰਗਾ ਠਿੱਬਿਆ ਹੋਇਆ ਕੋਈ ਘਰ ਵੀ ਉਹਨੂੰ ਨਜ਼ਰ ਨਹੀਂ ਸੀ ਆਇਆ। ਰਣਵੀਰ ਨੇ ਆਪਣੇ ਪਿੰਡੋਂ ਬਾਹਰ ਫਿਰਨੀ ਤੇ ਜਾ ਕੇ ਮੋਟਰਸਾਈਕਲ ਰੋਕਿਆ। ਉਹਨਾਂ ਨੇ ਖੇਤ 'ਚ ਹੀ ਕੋਠੀ ਪਾਈ ਹੋਈ ਸੀ, ਪਰ ਸੀ ਰਾਹ ਤੋਂ ਕਾਫੀ ਹਟਵੀਂ। ਸੜਕ ਦੇ ਨਾਲ 15-20 ਕਮਰੇ ਪਾਏ ਹੋਏ ਸੀ। ਰਣਵੀਰ ਨੇ ਦੱਸਿਆ ਕਿ ਇਹਨਾਂ 'ਚ ਲੁਧਿਆਣੇ ਫੈਕਟਰੀਆਂ 'ਚ ਕੰਮ ਕਰਦੇ ਭਈਏ ਕਿਰਾਏ ਤੇ ਰਹਿੰਦੇ ਨੇ। ਰਣਵੀਰ ਉਹਨੂੰ ਸਾਰੀਆਂ ਗੱਲਾਂ ਦੱਸੀ ਜਾਂਦਾ ਸੀ ਕਿ ਉਹਦੇ ਪਿਓ ਨੇ ਖੇਤ 'ਚ ਹੀ ਆਟਾ ਚੱਕੀ ਲਾਈ ਹੋਈ ਹੈ। 10-10 ਕਿਲੋ ਵਾਲੀਆਂ ਛਪੀਆਂ ਹੋਈਆਂ ਥੈਲੀਆਂ 'ਚ ਉਹ ਆਟਾ ਭਰ ਕੇ ਵੇਚਦੇ ਸੀ। ਉਹਨਾਂ ਨੇ ਥੈਲੀਆਂ ਸਿਉਣ ਵਾਲੀ ਮਸ਼ੀਨ ਵੀ ਲਿਆਂਦੀ ਹੋਈ ਸੀ। ਇੱਕ ਭਈਆ ਆਟਾ ਪੀਂਦਾ ਵੀ ਸੀ ਤੇ ਤੋਲ ਕੇ ਥੈਲੀਆਂ ਵੀ ਭਰਦਾ ਸੀ। ਆਪੇ ਸਿਉਂਦਾ ਸੀ ਤੇ ਮੋਟਰਸਾਈਕਲ ਰੇਹੜੀ ਤੇ ਉਹਦੇ ਪਿਓ ਕੋਲ ਆਉਂਦੇ ਆਰਡਰਾਂ ਮੁਤਾਬਕ ਵੱਖ-ਵੱਖ ਪਿੰਡਾਂ ਤੇ ਲੁਧਿਆਣੇ ਦੇ ਬਾਹਰਲੇ ਬਾਜ਼ਾਰਾਂ 'ਚ ਸਪਲਾਈ ਕਰ ਆਉਂਦਾ ਸੀ। ਇੱਕ ਪਾਸੇ ਉਹਨਾਂ ਦਾ 2 ਮੰਜ਼ਲਾ ਛੋਟਾ ਜਿਹਾ ਮੁਰਗੀਖਾਨਾ ਸੀ। ਉਸ 'ਚ ਇੱਕ ਚੂਚੇ ਵੇਚਣ ਵਾਲੀ ਕੰਪਨੀ ਨੇ ਬਲੈਲਰ ਪਾਏ ਹੋਏ ਸੀ। ਖੁਰਾਕ ਵੀ ਕੰਪਨੀ ਦਿੰਦੀ ਸੀ। ਉਹਨਾਂ ਦੇ ਡਾਕਟਰ ਆਪ ਆ ਕੇ ਚੂਚੇ ਚੈੱਕ ਕਰ ਜਾਂਦੇ। ਬ੍ਰੈਲਰਾਂ ਦੀ ਗਿਣਤੀ ਮੁਤਾਬਕ ਉਹਨਾਂ ਨੂੰ ਪੈਸੇ ਮਿਲਦੇ ਸੀ। ਜਦੋਂ ਲੋੜ ਪੈਂਦੀ ਕੰਪਨੀ ਪਾਲੇ ਹੋਏ ਬ੍ਰੈਲਰ ਲੈ ਜਾਂਦੀ ਤੇ ਨਵੇਂ ਚੂਚੇ ਛੱਡ ਜਾਂਦੀ ਸੀ। ਚੱਕੀ ਤੇ ਕੰਮ ਕਰਦੇ ਭਈਏ ਦੀ ਘਰਵਾਲੀ ਤੇ ਉਹਦਾ ਕੁੜੀ ਤੇ ਮੁੰਡਾ ਸਕੂਲ ਜਾਣ ਤੋਂ ਪਹਿਲਾਂ ਤੇ ਆ ਕੇ ਬਲੈਲਰ ਸੰਭਾਲਦੇ ਸੀ। ਉਹਨਾਂ ਨੇ 2 ਮੱਝਾਂ ਵੀ ਰੱਖੀਆਂ ਹੋਈਆਂ ਸੀ। ਆਪਣੀ ਭੈਣ ਬਾਰੇ ਰਣਵੀਰ ਨੇ ਦੱਸਿਆ ਸੀ ਕਿ ਉਹ 30-31 ਸਾਲ ਦੀ ਹੈ। ਉਹਦਾ ਘਰਵਾਲਾ ਕੀੜੇ ਮਾਰ ਦਵਾਈਆਂ ਦੀ ਫੈਕਟਰੀ 'ਚ ਕੰਮ ਕਰਦਾ ਸੀ ਤੇ 5-7 ਕਿੱਲੇ ਜ਼ਮੀਨ ਵੀ ਸੀ, ਪਰ ਉਹਦੀ ਕਾਰ ਦਾ ਇੱਕ ਟਰੱਕ ਨਾਲ ਐਕਸੀਡੈਂਟ ਹੋ ਗਿਆ ਸੀ। ਥਾਂ ਉਹਦੀ ਮੌਤ ਹੋ ਗਈ ਸੀ। ਜਵਾਕ ਕੋਈ ਹੈ ਨਹੀਂ ਸੀ। ਉਹ ਕੁੜੀ ਨੂੰ ਕਿਤੇ ਹੋਰ ਵਿਆਹੁਣ ਦੀ ਨੀਅਤ ਨਾਲ ਦਿੱਤਾ ਹੋਇਆ ਸਮਾਨ ਚੁੱਕ ਕੇ ਲੈ ਆਏ ਸੀ। ਗੁਰਜੀਤ ਰਾਤ ਰਿਹਾ ਸੀ। ਉਹਨੂੰ ਰਣਵੀਰ ਦੀ ਕੋਠੀ ਬੜੀ ਵਧੀਆ ਲੱਗੀ। ਹਰ ਚੀਜ਼ ਥਾਂ ਸਿਰ ਪਈ ਸੀ। ਹਾਲ ਕਮਰਾ ਬਹੁਤ ਵੱਡਾ ਸੀ। ਆਉਣ ਤੋਂ ਲੈ ਕੇ ਸੌਣ ਤੱਕ ਉਹ ਫਖਰ ਨਾਲ ਭਰ ਗਿਆ ਸੀ। ਉਹ ਸੋਚ ਰਿਹਾ ਸੀ ਕਿ ਜੇ ਰਣਵੀਰ ਦੀ ਭੈਣ ਦਾ ਸਾਕ ਉਹਨੂੰ ਹੋ ਜਾਵੇ ਤਾਂ ਉਹ ਕਿਹਦੇ ਲੈਣ ਦਾ ਹੈ। ਜ਼ਿੰਦਗੀ ਅੱਗੇ ਤੁਰ ਪਵੇਗੀ। ਅਗਲੇ ਦਿਨ ਤੜਕੇ ਚਾਹ ਫੜਾਉਣ ਦੇ ਬਹਾਨੇ ਰਣਵੀਰ ਨੇ ਆਪਣੀ ਭੈਣ ਨੂੰ ਭੇਜ ਦਿੱਤਾ ਸੀ ਤੇ 2-4 ਮਿੰਟ ਆਪ ਨਹੀਂ ਸੀ ਗਿਆ। ਉਹਦੀ ਭੈਣ ਗੁਰਜੀਤ ਦੇ ਡਬਲ ਬੈੱਡ ਦੇ ਸਾਹਮਣੇ ਕੁਰਸੀ ਤੇ ਆ ਕੇ ਬੈਠ ਗਈ ਸੀ।
ਉਹਨੇ ਕੋਈ ਗੱਲਬਾਤ ਨਹੀਂ ਸੀ ਕੀਤੀ ਤੇ ਸਿਰਫ 2-3 ਵਾਰ ਆਪਣਾ ਸਿਰ ਚੁੱਕ ਕੇ ਉਹਨੂੰ ਵੇਖਿਆ ਸੀ। ਵੇਖ ਤਾਂ ਉਹਨੇ ਕੱਲ ਆਉਂਦੇ ਨੂੰ ਵੀ ਲਿਆ ਸੀ। ਉਹਨੂੰ ਉਹ ਚੰਗਾ ਲੱਗਿਆ। ਮਰਨ ਵਾਲੇ ਤੋਂ ਉਹ ਲੰਬਾ ਸੀ, ਗੋਰਾ ਤੇ ਭਰਮਾ ਵੀ। ਗੁਰਜੀਤ ਨੇ ਰਣਵੀਰ ਦੀ ਭੈਣ ਦਾ ਕੱਦ ਝਰਮਲ ਵਰਗਾ ਲੱਗਿਆ। ਨਾ ਉਹ ਲੰਮੀ ਸੀ ਨਾ ਮਧਰੀ, ਰੰਗ ਵੀ ਚੰਗਾ ਸੀ। ਆਪਣੇ ਵੱਲ ਵੇਖਦੀ ਹੋਈ ਗੁਰਜੀਤ ਨੂੰ ਉਹ ਚੰਗੀ ਲੱਗ ਰਹੀ ਸੀ। ਉਹਨੇ ਸੋਚਿਆ ਸੀ ਕਿ ਉਹ ਉਹਦੇ ਨਾਲ ਤੁਰੀ ਜਾਂਦੀ ਮਾੜੀ ਨਹੀਂ ਲੱਗੇਗੀ। ਉਹਦੇ ਮਨ 'ਚ ਇੱਕੋ ਗੱਲ ਸੀ ਕਿ ਉਹ ਮਾਮੀ ਨੂੰ ਆਪਣਾ ਘਰ ਵਸਾ ਕੇ ਦਿਖਾਵੇ, ਉਹਨੂੰ ਅਹਿਸਾਸ ਕਰਵਾ ਦੇਵੇ ਕਿ ਜੇ ਉਹ ਉਹਦੇ ਨਾਲ ਨਹੀਂ ਨਿਭੇ ਤਾਂ ਉਹਨਾਂ ਤੋਂ ਬਿਨਾਂ ਉਹਨੇ ਆਪਣਾ ਸਿਰ ਆਪ ਗੁੰਦ ਲਿਆ ਹੈ। ਫਿਰ ਉਹਦੇ ਮਨ 'ਚ ਗੱਲ ਆਈ ਕਿ ਰਣਵੀਰ ਦੀ ਭੈਣ ਪਹਿਲਾਂ ਵਿਆਹੀ ਹੋਈ ਹੈ। ਇਸ ਗੱਲ ਦਾ ਪਿੰਡ 'ਚ ਪਤਾ ਲੱਗੇਗਾ ਤਾਂ ਲੋਕ ਕੀ ਕਹਿਣਗੇ? ਲੋਕਾਂ ਨੇ ਕੀ ਕਹਿਣਾ? ਲੋਕ ਤਾਂ ਕਹਿੰਦੇ ਹੀ ਰਹਿੰਦੇ ਨੇ। ਉਹਦੇ ਅੰਦਰੋਂ ਆਵਾਜ਼ ਆਈ ਸੀ। ਉਹ ਕਾਫੀ ਦੇਰ ਚੁੱਪ ਰਿਹਾ। ਉਹਦਾ ਮਨ ਸਾਫ਼ ਹੋ ਗਿਆ ਕਿ ਇਹ ਰਿਸ਼ਤਾ ਉਹਦੇ ਲਈ ਮਾੜਾ ਨਹੀਂ ਸੀ। ਖਾਂਦਾ ਪੀਂਦਾ ਘਰ ਹੈ, ਉਹ ਤਾਂ ਉਹਨਾਂ ਦੇ ਪੈਰ ਵਰਗਾ ਵੀ ਨਹੀਂ। ਰਣਵੀਰ ਦੀ ਭੈਣ ਜੇ ਪਹਿਲਾਂ ਨਾ ਵਿਆਹੀ ਹੁੰਦੀ ਤਾਂ ਉਹਨਾਂ ਨੇ ਵਿਆਹ ਬਾਰੇ ਗੱਲ ਹੀ ਨਹੀਂ ਸੀ ਤੋਰਨੀ। ਉਹਨਾਂ ਦੀ ਇਹੋ ਮਜਬੂਰੀ ਉਹਨੂੰ ਸਾਕ ਕਰਨ ਲਈ ਮਜਬੂਰ ਕਰ ਰਹੀ ਸੀ। ਉਹਨੂੰ ਆਪਣੀ ਵੀਰਾਨਗੀ ਦੇ ਦਿਨ ਮੁੱਕਦੇ ਲੱਗੇ। ਬੈਠੇ ਬੈਠੇ ਨੇ ਹੀ ਉਹਨੇ ਸੋਚਿਆ ਕਿ ਉਹ 4 ਬੰਦੇ ਵਿੱਚ ਪਾ ਕੇ ਮਾਮੇ ਕਿਆਂ ਤੋਂ ਮਗਰ ਕਮਰਾ ਪਵਾਉਣ ਲਈ ਥਾਂ ਲੈ ਲਵੇਗਾ। ਉਹਦੇ ਨਾਲ ਰਸੋਈ ਪਾ ਲਵੇਗਾ ਤੇ ਰਸੋਈ ਤੋਂ ਗਲੀ ਤੱਕ ਸਿੱਧੀ ਕੰਧ ਕੱਢ ਕੇ ਬੈਠਕ ਨਾਲ ਗੈਲਰੀ ਛੱਤ ਕੇ ਵੱਖਰਾ ਗੇਟ ਲਾ ਲਵੇਗਾ। ਇੱਕ ਤਰ੍ਹਾਂ ਨਾਲ ਛੋਟਾ ਜਿਹਾ ਘਰ ਉਹਦਾ ਮਾਮੇ ਕਿਆਂ ਨਾਲੋਂ ਵੱਖਰਾ ਹੋ ਜਾਵੇਗਾ। ਉਹਨੂੰ ਸਾਰੇ ਪਾਸਿਓਂ ਗੱਲ ਠੀਕ ਲੱਗੀ। ਫੌਜ 'ਚੋਂ ਆਉਣ ਪਿੱਛੋਂ ਅੱਜ ਪਹਿਲੀ ਵਾਰ ਉਹ ਇੰਨਾ ਖੁਸ਼ ਹੋਇਆ ਸੀ। ਰਣਵੀਰ ਵੀ ਕਮਰੇ 'ਚ ਆ ਬੈਠਾ। ਉਹਦਾ ਪਿਓ ਵੀ ਗੇੜਾ ਮਾਰ ਗਿਆ ਸੀ। ਹਾਲ ਚਾਲ ਪੁੱਛਣ ਤੋਂ ਬਿਨਾਂ ਉਹ ਕੁਝ ਨਹੀਂ ਸੀ ਬੋਲਿਆ। ਰਣਵੀਰ ਰਾਹੀਂ ਉਹਨੇ ਗੁਰਜੀਤ ਬਾਰੇ ਜਾਣਕਾਰੀ ਲਈ ਹੋਈ ਸੀ। ਉਹ ਉਹਨੂੰ ਨਿਗਾਹ ਥਾਈਂ ਕੱਢਣ ਆਇਆ ਸੀ। ਗੱਲਾਂ 'ਚ ਗੁਰਜੀਤ ਨੇ ਆਪਣੇ ਨਾਨਕਿਓਂ ਆਉਂਦੀ ਜ਼ਮੀਨ ਦੇ ਹਿੱਸੇ ਦੀ ਗੱਲ ਕੀਤੀ ਸੀ ਤੇ ਪਿੰਡੋਂ ਆਉਂਦੇ ਹਿੱਸੇ ਦੀ ਵੀ। ਕੁੱਲ ਮਿਲਾ ਕੇ ਉਹਨਾਂ ਨੇ ਸੋਚਿਆ ਸੀ ਕਿ ਜੇ ਉਹ ਰਿਸ਼ਤਾ ਕਰ ਲੈਂਦੇ ਨੇ ਤਾਂ ਗੁਰਜੀਤ ਕਿਸੇ ਪੱਖੋਂ ਉਹਨਾਂ ਲਈ ਮਾੜਾ ਨਹੀਂ ਹੈ। ਕੁਝ ਚਿਰ ਬਾਅਦ ਰਣਵੀਰ ਉਹਨੂੰ ਜੋਧਾਂ ਦੇ ਅੱਡੇ ਤੇ ਚੜਾ ਗਿਆ ਤੇ ਬੱਸ ਆਉਣ ਤੋਂ ਪਹਿਲਾਂ ਇਹ ਵੀ ਦੱਸ ਦਿੱਤਾ ਸੀ ਕਿ ਉਹਦੇ ਪਿਓ ਨੇ ਕਿਹਾ ਹੈ ਕਿ ਆਪਣੇ ਨਾਨਕਿਆਂ ਤੇ ਪਿੰਡੋਂ ਆਉਂਦੀ ਜ਼ਮੀਨ ਵੰਡਵਾ ਲਵੇ। ਜਦੋਂ ਲਿਖਤ ਹੋ ਜਾਵੇ ਉਹਨਾਂ ਨੂੰ ਫੋਨ ਕਰ ਦੇਵੇ, ਉਹ ਆ ਕੇ ਵੇਖ ਜਾਣਗੇ। ਉਹਨਾਂ ਨੂੰ ਇਹ ਰਿਸ਼ਤਾ ਮਨਜ਼ੂਰ ਹੈ। ਰਾਜ ਆਉਂਦੇ ਗੁਰਜੀਤ ਦੇ ਮਨ 'ਚ ਕਾਫੀ ਉਤਰਾ ਚੜ੍ਹਾਅ ਆਈ। ਅਜੇ ਉਹਨੂੰ ਆਏ ਨੂੰ ਕੁਝ ਦਿਨ ਹੋਏ ਸੀ। ਉਹਨੂੰ ਪੂਰੀ ਉਮੀਦ ਸੀ ਕਿ ਦੋਵੇਂ ਥਾਵਾਂ ਤੇ ਉਹਦਾ ਹਿੱਸਾ ਬਣਦਾ ਹੈ, ਦੋਵਾਂ ਨੂੰ ਦੇਣਾ ਪਵੇਗਾ। ਪਰ ਜਦੋਂ ਇੱਥੇ ਆ ਕੇ ਹਕੀਕਤ ਦੇਖੀ ਸੀ ਤਾਂ ਉਹਨੇ ਉਹਦੀ ਬਣੀ ਬਣਾਈ ਖੇਡ ਖਤਮ ਕਰ ਦਿੱਤੀ ਸੀ। ਚਾਰੇ ਕੁੰਟਾਂ ਹਨੇਰੀਆਂ ਹੋ ਗਈਆਂ ਸਨ। ਉਸਨੂੰ ਅਹਿਸਾਸ ਹੋ ਗਿਆ ਸੀ ਕਿ ਦੋਵਾਂ ਥਾਵਾਂ ਤੋਂ ਕੁਝ ਵੀ ਉਹਦੇ ਪੱਲੇ ਨਹੀਂ ਪੈਣਾ। ਉਹਨੇ ਕਈ ਵਾਰ ਸੋਚਿਆ ਕਿ ਰਣਵੀਰ ਨਾਲ ਗੱਲ ਕਰਾਂ, ਫਿਰ ਆਪ ਹੀ ਸੋਚਿਆ ਕਿ ਕਾਹਦੇ ਲਈ ਗੱਲ ਕਰਨੀ ਹੈ। ਉਹਨਾਂ ਦੀ ਸ਼ਰਤ ਪੂਰੀ ਕਰਨ ਜੋਗਰਾ ਉਹ ਹੈ ਨਹੀਂ। ਜੇ ਫੌਜ 'ਚੋਂ ਮਿਲੇ ਪੈਸਿਆਂ ਨਾਲ ਉਹ ਕਿੱਲਾ ਸਵਾ ਕਿੱਲਾ ਜ਼ਮੀਨ ਲੈ ਵੀ ਲਵੇ ਤਾਂ ਘਰ ਕਿੱਥੋਂ ਪਾਵੇਗਾ। ਉਹਦਾ ਮਨ ਰਣਵੀਰ ਨਾਲ ਗੱਲ ਕਰਨ ਨੂੰ ਨਹੀਂ ਸੀ ਕਰ ਰਿਹਾ। ਮਨ 'ਚ ਉਹਨੇ ਢੇਰੀ ਢਾਹ ਦਿੱਤੀ ਸੀ। ਹੁਣ ਚਾਰੇ ਪਾਸਿਓਂ ਹਤਾਸ਼ ਹੋਇਆ ਉਹ ਕਿਤੇ ਨਾ ਕਿਤੇ ਕੰਮ ਮਿਲਣ ਦੀ ਉਡੀਕ 'ਚ ਸੀ। ਅਚਾਨਕ ਰਣਵੀਰ ਦਾ ਫੋਨ ਆਇਆ। ਉਹਨੇ ਪੁੱਛਿਆ, ਗੁਰਜੀਤ, ਜ਼ਮੀਨ ਦਾ ਕੀ ਬਣਿਆ? ਅਜੇ ਕੁਛ ਨਹੀਂ ਬਣਿਆ ਰਣਵੀਰ, ਕੁਛ ਦਿਨ ਲੱਗਣਗੇ। ਫੇਰ ਵੀ ਕਿੰਨੇ ਕੁ ਦਿਨ? ਉਮੀਦ ਹੈ ਮਹੀਨਾ 20 ਦਿਨ ਲੱਗ ਜੂ। ਉਹਦੀ ਗੱਲ ਸੁਣ ਕੇ ਰਣਵੀਰ ਬੋਲਿਆ, ਗੁਰਜੀਤ, ਅਸੀਂ ਮਹੀਨਾ 20 ਦਿਨ ਹੋਰ ਦੇਖਾਂਗੇ। ਜ਼ਮੀਨ ਵਾਲੀ ਗੱਲ ਠੀਕ ਕਰ ਲੈ ਤੂੰ।
ਸਾਡੀ 2-3 ਥਾਵਾਂ ਤੇ ਹੋਰ ਵੀ ਗੱਲ ਚੱਲਦੀ ਹੈ, ਪਰ ਬਾਪੂ ਜੀ ਨੇ ਕਿਹਾ ਅਸੀਂ ਢੋਈ ਤੋਂ ਬਿਨਾਂ ਸਾਕ ਨਹੀਂ ਕਰ ਸਕਦੇ। ਹੁਣੇ ਤੁਸੀਂ ਸੁਣ ਰਹੇ ਸੀ ਸ਼੍ਰੀ ਬੂਟਾ ਸਿੰਘ ਚੌਹਾਨ ਦਾ ਲਿਖਿਆ ਹੋਇਆ ਨਾਵਲ ਪਤਾ ਨਹੀਂ ਸੀ ਦਾ ਭਾਗ ਨੰਬਰ 8 ਤੇ ਆਪਣੀ ਖਾਦਮ ਅੰਮ੍ਰਿਤਪਾਲ ਕਲੇਰ ਨੂੰ ਦਿਓ ਇਜਾਜ਼ਤ। ਖੁਸ਼ ਰਹੋ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।